ਦੋਸਤੋ ਸਾਲ 2014 ਦੇ ਵਿੱਚ ਨਾਰਵੇ ਦੇ ਵਿੱਚ ਸਿੱਖਾਂ ਨੂੰ ਇੱਕ ਮੁਸ਼ਕਿਲ ਆਈ ਸੀ ਕਿ ਜਦੋਂ ਵੀ ਉਹਨਾਂ ਨੇ ਕਦੇ ਨਾਰਵੇਜਨ ਪਾਸਪੋਰਟ ਅਪਲਾਈ ਕਰਦੇ ਸੀਗੇ ਤਾਂ ਉਹਨਾਂ ਨੂੰ ਜਿਹੜੀ ਆਪਣੀ ਆਇਡੈਂਟੀ ਲਈ ਫੋਟੋ ਕਰਵਾਉਣੀ ਪੈਂਦੀ ਸੀ ਤਾਂ ਉਹਨਾਂ ਨੂੰ ਆਪਣੀ ਪੱਗ ਉਤਾਰਨੀ ਪੈਂਦੀ ਸੀਗੀ, ਕੰਨ ਦਿਖਾਉਣੇ ਪੈਂਦੇ ਸੀ ਆਇਡੈਂਟੀ ਦਿਖਾਉਣ ਦੇ ਲਈ। ਇਹ ਬਾਇਓਮੈਟ੍ਰਿਕ ਇੱਕ ਸਿਕਿਉਰਿਟੀ ਸੀਗੀ ਪੂਰੀ ਨਾਰਵੇਜਨ ਸਰਕਾਰ ਵੱਲੋਂ ਜੋ ਕ੍ਰੀਏਟ ਕੀਤੀ ਗਈ ਸੀ, ਇੱਕ ਰੂਲ ਲਾਗੂ ਕੀਤਾ ਗਿਆ ਸੀਗਾ। ਪਰ ਇਹ 2014 ਤੋਂ ਲੈ ਕੇ ਹੁਣ ਤੱਕ ਜੋ ਇਹ ਕੇਸ ਚੱਲਿਆ ਆ, ਇਹ 6 ਸਾਲ ਦੀ ਪ੍ਰੋਸੈਸ ਸੀਗੀ। ਇਹਦੀ ਸਾਰੀ ਜੋ ਡਿਟੇਲ ਹੈਗੀ ਆ ਉਹ ਕੀ ਹੈ, ਕਿਸ ਤਰ੍ਹਾਂ ਇਹ ਕੇਸ ਚੱਲਿਆ ਆ ਔਰ ਕਿਹੜੀਆਂ ਆਰਗੇਨਾਈਜੇਸ਼ਨ ਜਿਹੜੀਆਂ ਇਹਦੇ ਵਿੱਚ ਸ਼ਾਮਲ ਸੀਗੀਆਂ, ਕਿਹੜੇ ਬੰਦੇ ਇਸ ਵਿੱਚ ਸ਼ਾਮਲ ਸੀਗੀਆਂ ਔਰ ਕਿਹਨਾਂ ਨੇ ਇਸ ਲਈ ਕੰਮ ਕੀਤਾ, ਉਹ ਸਾਰੇ ਦੀ ਡਿਟੇਲ ਜਿਹੜੀ ਹੈਗੀ ਅੱਜ ਆਪਾਂ ਲੈ ਰਹੇ ਹਾਂ। ਤੇ ਇਸ ਵਕਤ ਗੁਰੂ ਘਰ ਦੇ ਵਿੱਚ ਜੋ ਮੌਜੂਦ ਨੇਗੇ ਉਹ ਇੱਥੋਂ ਦੇ ਯੰਗ ਸਿੱਖ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਨੇ ਔਰ ਗੁਰੂ ਘਰ ਦੀਆਂ ਕਮੇਟੀਆਂ ਵੀ ਨੇ ਔਰ ਇਸ ਤੋਂ ਇਲਾਵਾ ਜੋ ਵਕੀਲ ਹਨ ਜਿਨ੍ਹਾਂ ਨੇ ਕੇਸ ਦੀ ਪੈਰਵਾਈ ਕੀਤੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੱਤਣ ਤੱਕ, ਉਹ ਵੀ ਇਸ ਸਮੇਂ ਮੌਜੂਦ ਹਨ। ਆਪਾਂ ਉਹਨਾਂ ਤੋਂ ਵੀ ਇਸ ਦੇ ਰਿਗਾਰਡਿੰਗ ਜਿਹੜੀ ਹੈਗੀ ਪੂਰੀ ਡਿਟੇਲ ਲਵਾਂਗੇ ਕਿ ਕਿਸ ਤਰ੍ਹਾਂ ਇਹ ਕੇਸ ਜਿਹੜਾ ਸੀਗਾ ਚੱਲਿਆ ਔਰ ਕਿਸ ਤਰ੍ਹਾਂ ਇਹਦੇ ਵਿੱਚ ਜਿਹੜੇ ਸ਼ਾਮਲ ਸੀਗੇ ਲੋਕ, ਕਿਸ ਨੇ ਹੈਲਪ ਕੀਤੀ, ਜੋ ਹਰ ਇੱਕ ਬੰਦੇ ਨੇ ਜਿਸ ਨੇ ਵੀ ਹੈਲਪ ਕੀਤੀ ਜਾਂ ਜਿਸ ਨੇ ਵੀ ਐਫਰਟ ਕੀਤੇ ਹੈਗੇ, ਉਹ ਸਾਰੇ ਦੀ ਪੂਰੀ ਡਿਟੇਲ ਲਵਾਂਗੇ ਕਿਸ ਤਰ੍ਹਾਂ ਕੇਸ ਚੱਲਿਆ ਔਰ ਕਿਸ ਤਰ੍ਹਾਂ ਇਸ ਦੇ ਵਿੱਚ ਸਿੱਖਾਂ ਨੇ ਜਿਹੜੀ ਹੈਗੀ ਆ ਨਾਰਵੇ ਦੇ ਵਿੱਚ ਇਸ ਕੇਸ ਨੂੰ ਜਿੱਤਣ ਦੇ ਵਿੱਚ ਆਪਣੀ ਜਿੱਤ ਹਾਸਲ ਕੀਤੀ। ਫਤਿਹ ਜੀ, ਮੇਰਾ ਨਾਮ ਮਲਕੀਤ ਸਿੰਘ ਹੈ। ਮੈਂ ਨਾਰਵੇਜਨ ਪਾਸਪੋਰਟ ਹੋਲਡਰ ਹਾਂ। ਇੱਥੇ ਮੈਂ 1992 ਵਿੱਚ ਨਾਰਵੇ 'ਚ ਆਇਆ ਸੀ ਅਤੇ 7 ਸਾਲ ਬਾਅਦ ਮੈਨੂੰ ਨਾਰਵੇਜਨ ਪਾਸਪੋਰਟ ਮਿਲ ਗਿਆ ਸੀ। ਪਰ ਇੱਥੇ ਦੀ ਗੌਰਮੈਂਟ ਨੇ 2014 ਵਿੱਚ ਕਾਨੂੰਨ ਬਣਾ ਦਿੱਤਾ ਸੀ ਕਿ ਤੁਸੀਂ ਜਿਹੜੀ ਆਪਣੀ ਪਾਸਪੋਰਟ 'ਤੇ ਫੋਟੋ ਲਾਉਣੀ ਹੈ ਉਹ ਤੁਹਾਡੇ ਕੰਨ ਦਿਖਣੇ ਚਾਹੀਦੇ ਨੇ। ਉਹਦੇ ਵਾਸਤੇ ਜ਼ਿਆਦਾ ਤੁਹਾਨੂੰ ਪੱਗ ਚੱਕਣੀ ਪੈਣੀ ਸੀ ਜਾਂ ਪੱਗ ਲਾ ਕੇ ਫੋਟੋ ਖਿਚਾਉਣੀ ਪੈਣੀ ਸੀ। ਇਹ ਹੁਣ ਤੁਹਾਡੀ ਮਰਜ਼ੀ ਸੀ ਤੁਸੀਂ ਕਿਸ ਤਰ੍ਹਾਂ ਕਰਾਉਂਦੇ ਹੈਗੇ ਹੋ। ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਕਾਨੂੰਨ ਆ ਗਿਆ। ਪਰ ਜਦੋਂ ਮੇਰਾ ਪਾਸਪੋਰਟ ਖਤਮ ਹੋਣ ਵਾਲਾ ਸੀ, ਮੈਂ ਪਾਸਪੋਰਟ ਲੈਣ ਵਾਸਤੇ ਗਿਆ ਤਾਂ ਉੱਥੇ ਉਹਨਾਂ ਨੇ ਮੈਨੂੰ ਕੰਨ ਚੱਕਣ ਵਾਸਤੇ ਕਿਹਾ। ਮੈਂ ਇਸ ਚੀਜ਼ ਨੂੰ ਅਸੈਪਟ ਨਹੀਂ ਕੀਤਾ ਕਿ ਮੈਂ ਕੰਨ ਚੱਕ ਕੇ ਫੋਟੋ ਨਹੀਂ ਖਿਚਾਉਣੀ। ਮੈਂ ਆਪਣੀ ਦਸਤਾਰ ਇਸ ਤਰ੍ਹਾਂ ਸਜਾਉਣਾ ਹੈਗਾ ਅਤੇ ਮੈਂ ਇਸ ਤਰ੍ਹਾਂ ਹੀ ਸਜਾਉਣੀ ਹੈਗੀ। ਫਿਰ ਵੀ ਮੈਂ ਅਗਲੇ ਦਿਨ ਦੁਬਾਰਾ ਫਿਰ ਚਲਾ ਗਿਆ ਛੋਟੀ ਦਸਤਾਰ ਸਜਾ ਕੇ, ਅਤੇ ਉਹ ਵੀ ਉਹਨੇ ਅਸੈਪਟ ਨਹੀਂ ਕੀਤੀ ਅਤੇ ਉਹਨੇ ਮਤਲਬ ਕਿ ਕਿਹਾ ਕਿ ਨਹੀਂ। ਫਿਰ ਉਹਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਸ਼ਿਕਾਇਤ ਭੇਜ ਸਕਦੇ ਹੋ ਸਾਨੂੰ। ਫਿਰ ਮੈਂ ਉਹਨਾਂ ਨੂੰ ਆਪਣੀ ਸ਼ਿਕਾਇਤ ਭੇਜੀ ਕਿ ਇੱਦਾਂ ਕਰਕੇ ਤੁਸੀਂ ਪਾਸਪੋਰਟ ਜਿਵੇਂ ਮੇਰੀ ਸ਼ਕਲ ਦੇ ਉੱਪਰ ਮੇਰੀ ਦਸਤਾਰ ਸਜਾਈ ਹੋਈ ਹੈ ਇਸੇ ਤਰ੍ਹਾਂ ਹੀ ਬਣਾ ਕੇ ਦਿਓ। ਫਿਰ ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਅਸੀਂ ਇਹਨੂੰ ਕਰ ਨਹੀਂ ਸਕਦੇ, ਤੁਸੀਂ ਇਸ ਤਰ੍ਹਾਂ ਹੀ ਆਪਣਾ ਪਾਸਪੋਰਟ ਲੈ ਲਓ। ਪਰ ਮੈਂ ਉਹਨੂੰ ਨਾ ਕਰ ਦਿੱਤੀ। ਮੈਂ ਉਦੋਂ USA ਕੈਨੇਡਾ ਟਰੈਵਲ ਵੀ ਕਰਨਾ ਸੀ, ਆਪਣੀ ਫੈਮਿਲੀ ਨੂੰ ਮਿਲਣ ਜਾਣਾ ਸੀ। ਮੈਨੂੰ ਫਿਰ ਉਹ ਟੂਰ ਵੀ ਕੈਂਸਲ ਕਰਨਾ ਪਿਆ। ਫਿਰ ਮੈਨੂੰ ਉਹਨਾਂ ਦਾ ਜਵਾਬ ਆ ਗਿਆ ਕਿ ਵੀ ਤੁਸੀਂ ਵੀ ਇੰਨੇ ਟਾਈਮ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ, ਜੇ ਤੁਸੀਂ ਇਹਦੀ ਅੱਗੇ ਕੋਈ ਕਾਰਵਾਈ ਕਰਨੀ ਚਾਹੁੰਦੇ ਹੋ ਤਾਂ ਅੱਗੇ ਕਾਰਵਾਈ ਕਰ ਸਕਦੇ ਹੋ। ਪਰ ਮੈਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਵੀ ਇਸ ਤਰ੍ਹਾਂ ਦਾ ਕਾਨੂੰਨ ਬਣਿਆ ਹੈਗਾ। ਅਤੇ ਜਦੋਂ ਇਹਦੇ ਬਾਰੇ ਪਤਾ ਲੱਗਿਆ ਫਿਰ ਮੈਂ ਇਸ ਕਾਨੂੰਨ ਮਤਲਬ ਕਿ ਪਾਸਪੋਰਟ ਲੈਣ ਤੋਂ ਨਾ ਕਰ ਦਿੱਤੀ। ਮੈਂ ਗੁਰੂ ਘਰ ਆ ਕੇ ਪਤਾ ਕੀਤਾ ਵੀ ਹਾਂਜੀ ਇਹਦੇ ਬਾਰੇ ਕੀ ਵਿਚਾਰ ਹੈਗੀ ਹੈ ਜਾਂ ਕੀ ਚੱਲ ਰਿਹਾ ਹੈਗਾ। ਉਹ ਕਹਿੰਦੇ ਵੀ ਜਿਨ੍ਹਾਂ ਨੂੰ ਲੋੜ ਸੀ ਉਹ ਸਾਰੇ ਲੈ ਆਏ ਨੇ। ਪਰ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਲੱਗਾ ਕਿ ਸਾਡੇ ਵਿੱਚੋਂ ਇੰਨੀ ਦੇਰ ਦਾ ਮਤਲਬ ਕਿ ਕਾਨੂੰਨ ਆਇਆ ਅਤੇ ਜਿਹੜੇ ਬੰਦੇ ਬਣਾ ਕੇ ਲਿਆਏ ਨੇ, ਆਪਣਾ ਪਾਸਪੋਰਟ ਲੈ ਕੇ ਆਏ ਨੇ, ਉਹਨਾਂ 'ਚੋਂ ਇੱਕ ਬੰਦਾ ਵੀ ਰੁਕਿਆ ਨਹੀਂ ਹੈਗਾ ਕਿ ਹਾਂ ਮੈਂ ਪਾਸਪੋਰਟ ਨਹੀਂ ਲੈਂਦਾ ਹੈਗਾ। ਮੈਂ ਜਦੋਂ ਲੈਣ ਗਿਆ ਸੀ ਫਿਰ ਮੇਰੇ ਮਨ 'ਚ ਸੋਚ ਤਾਂ ਆਉਣੀ ਆ, ਭਾਵੇਂ ਕੋਈ ਵੀ ਹੋਵੇ ਇਨਸਾਨ, ਵੀ ਲਵਾਂ ਕੀ ਕਰਾਂ। ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਕੀ ਕਰਨਾ ਚਾਹੀਦਾ। ਚਲੋ ਉਹਨਾਂ ਨੇ ਮੇਰੇ ਨਾਲ ਸਹਿਮਤੀ ਪ੍ਰਗਟ ਕਰਤੀ ਵੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਲੈਣਾ ਲੈ ਲਓ, ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ। ਫਿਰ ਮੈਂ ਸੋਚਿਆ ਵੀ ਸਿੱਖੀ ਦਾ ਕਾਰਜ ਹੈ, ਸਾਡੀ ਦਸਤਾਰ ਦਾ ਕਾਰਜ ਹੈ। ਕੱਲ੍ਹ ਨੂੰ ਕੋਈ ਇਸ ਤੋਂ ਅਗਲਾ ਵੀ ਸਟੈਪ ਹੋ ਸਕਦਾ। ਕੱਲ੍ਹ ਨੂੰ ਕਹਿਣ ਤੁਸੀਂ ਪਾਸਪੋਰਟ ਆਪਣਾ ਦਸਤਾਰ ਉਤਾਰ ਕੇ ਹੀ ਲੈਣਾ ਹੈਗਾ ਹੈ ਨਾ ਜੀ। ਮੈਂ ਫਿਰ ਇਸ ਚੀਜ਼ ਨੂੰ ਗੁਰੂ ਸਾਹਿਬ ਦਾ ਹੁਕਮ ਸਮਝਦੇ ਹੋਏ, ਗੁਰੂ ਸਾਹਿਬ ਦੀ ਸੇਵਾ ਸਮਝਦੇ ਹੋਏ ਵੀ ਚਲ ਵਾਹਿਗੁਰੂ ਨੇ ਦੇਖਦੇ ਹਾਂ ਵੀ ਜੇ ਸਾਨੂੰ ਜੇ ਅੱਜ ਇੱਥੇ ਨਹੀਂ ਖੜਾਂਗੇ ਤਾਂ ਫਿਰ ਕੌਣ ਖੜੂਗਾ। ਮੈਂ ਮਨ 'ਚ ਸੋਚ ਲਿਆ ਕਿ ਪਾਸਪੋਰਟ ਲੈਣਾ ਹੀ ਨਹੀਂ ਹੈਗਾ। ਉਸ ਤੋਂ ਬਾਅਦ ਮੇਰੇ 2 ਹੋਰ ਫਰੈਂਡ ਨੇ, ਸਰਦਾਰ ਪ੍ਰਮੋਦ ਸਿੰਘ ਅਤੇ ਸਰਦਾਰ ਰਜਿੰਦਰ ਸਿੰਘ। ਮੈਂ ਉਹਨਾਂ ਨਾਲ ਗੱਲ ਕੀਤੀ ਵੀ ਇੱਦਾਂ ਹੈਗਾ। ਉਹ ਕਹਿੰਦੇ ਮਲਕੀਤ ਸਿੰਘ ਜੀ ਲੜੋ ਨਾ, ਘਬਰਾਓ ਨਾ, ਆਪਾਂ ਜੋ ਵੀ ਖਰਚਾ ਆਏਗਾ ਆਪਾਂ ਵਕੀਲ ਕਰਦੇ ਹਾਂ, ਕੇਸ ਕਰਦੇ ਹਾਂ ਅਤੇ ਆਪਾਂ ਰਲ ਮਿਲ ਕੇ ਪੈਸੇ ਪਾ ਕੇ ਅਤੇ ਆਪਾਂ ਇਸ ਕੇਸ ਨੂੰ ਅੱਗੇ ਲੈ ਕੇ ਚੱਲਾਂਗੇ। ਜਦੋਂ ਫਿਰ ਇਸ ਤਰ੍ਹਾਂ ਦੀ ਵਿਚਾਰ ਹੋਈ, ਸਾਡੇ ਵਿਚਾਰ ਕਰਦੇ ਆਏ ਵੀ ਸਾਨੂੰ ਗੁਰੂ ਘਰ ਗੱਲ ਕਰਨੀ ਚਾਹੀਦੀ ਹੈ। ਅਸੀਂ ਆਪਣੇ ਗੁਰੂ ਘਰ ਗੱਲ ਕੀਤੀ ਨਾਰਵੇ ਓਸਲੋ ਦੇ ਵਿੱਚ, ਅਤੇ ਫਿਰ ਉੱਥੇ ਮੀਟਿੰਗ ਹੋਈ ਸਾਡੀ ਉਹਨਾਂ ਨਾਲ। ਉਹਨਾਂ ਨੂੰ ਮੈਂ ਆਪਣੀ ਇੱਕ ਲੈਟਰ ਦਿੱਤੀ ਲਿਖ ਕੇ ਵੀ ਇੱਦਾਂ ਹੈ ਨਾ ਜੀ। ਫਿਰ ਉਹਨਾਂ ਨੇ ਸਾਨੂੰ ਟਾਈਮ ਦਿੱਤਾ, ਮੀਟਿੰਗ ਹੋਈ। ਫਿਰ ਉਹਨਾਂ ਨੇ ਦੱਸਿਆ ਕਿ ਇੱਦਾਂ ਇੱਕ ਕਾਰਵਾਈ ਚੱਲ ਰਹੀ ਹੈ। ਫਿਰ ਉਹ ਜਿਹੜੇ ਸਾਡੇ ਨੌਜਵਾਨ ਸਿੱਖ ਯੂਨੀਅਨ ਸੀ ਇੱਥੇ,
ਅਸੀਂ ਉਹ ਕਾਰਵਾਈ ਚਲਾ ਰਹੇ ਸੀ। ਫਿਰ ਉਹਨਾਂ ਨਾਲ ਗੱਲ ਹੋਈ, ਫਿਰ ਉਹਨਾਂ ਨਾਲ ਮਤਲਬ ਕਿ ਆਪਣੀ ਦੱਸਿਆ ਵੀ ਇੱਦਾਂ ਮੈਂ ਲੈ ਕੇ ਨਹੀਂ ਆਇਆ। ਉਹ ਕਹਿੰਦੇ ਵੀ ਠੀਕ ਹੈ ਜੀ, ਅਸੀਂ ਤੁਹਾਡਾ ਕੇਸ ਲੈ ਕੇ ਅੱਗੇ ਚੱਲਾਂਗੇ। ਅਤੇ ਫਿਰ ਇਸ ਤਰ੍ਹਾਂ ਅਸੀਂ ਕੇਸ ਲੈ ਕੇ ਅੱਗੇ ਚੱਲੇ ਅਤੇ ਅੱਜ ਸਾਨੂੰ ਇੱਥੇ ਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਬਹੁਤ ਸਾਥ ਦਿੱਤਾ। ਇਹ ਸਾਡਾ ਹੱਕ ਬਣਦਾ ਸੀ। ਅਸੀਂ ਆਪਣੇ ਇੱਥੇ ਕੋਈ ਜਿੱਤ ਹਾਰ ਦੀ ਗੱਲ ਨਹੀਂ ਸੀ, ਅਸੀਂ ਆਪਣਾ ਹੱਕ ਮੰਗਦੇ ਸੀ ਕਿ ਸਾਡਾ ਹੱਕ ਹੈ, ਸਾਡਾ ਰਾਈਟ ਹੈ, ਸਾਡਾ ਅਧਿਕਾਰ ਹੈ, ਅਸੀਂ ਇੱਥੇ ਦੇ ਵਾਸੀ ਹਾਂ, ਸਾਨੂੰ ਦਿੱਤਾ ਜਾਵੇ। ਫਿਰ ਉਸੇ ਦੀ ਇੱਥੇ ਦੀ ਗੌਰਮੈਂਟ ਨੂੰ ਅਸੀਂ ਸਾਰੇ ਜੋ ਵੀ ਪ੍ਰੂਫ ਚਾਹੀਦੇ ਸੀ ਉਹਨਾਂ ਨੂੰ ਦਿੱਤੇ ਅਤੇ ਉਹਨਾਂ ਨੇ ਇਸ ਚੀਜ਼ ਨੂੰ ਫਿਰ ਅਸੈਪਟ ਕਰਕੇ ਸਾਨੂੰ ਮਤਲਬ ਕਿ ਅੱਜ ਸਾਨੂੰ ਯਾਦ ਕਰ ਦਿੱਤੀ ਹੈ ਕਿ ਅਸੀਂ ਆਪਣਾ ਜਿਹੜਾ ਪੱਗ ਹੈ, ਪਾਸਪੋਰਟ ਹੈਗਾ, ਪਾਸਪੋਰਟ ਦੇ ਉੱਪਰ ਜਿਹੜੀ ਫੋਟੋ ਹੈ ਸਾਨੂੰ ਕੰਨ ਦਿਖਾਉਣ ਦੀ ਲੋੜ ਨਹੀਂ ਪਏਗੀ ਜਾਂ ਪੱਗ ਉੱਪਰ ਚੱਕਣ ਦੀ ਲੋੜ ਨਹੀਂ ਪਏਗੀ। ਅਤੇ ਅਸੀਂ ਆਪਣਾ ਇਸ ਤੇ ਇਸੇ ਵਾਹਿਗੁਰੂ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਸ ਸਾਡਾ ਹੱਕ ਦਵਾਇਆ ਹੈਗਾ। ਮੈਂ ਇਸ ਨੂੰ ਹੱਕ ਹੀ ਕਹੂੰਗਾ, ਮੈਂ ਜਿੱਤ ਕਹੂੰਗਾ, ਜਿੱਤ ਨਹੀਂ ਕਹੂੰਗਾ। ਸਾਡਾ ਹੱਕ ਸੀ, ਸਾਨੂੰ ਸਾਡਾ ਹੱਕ ਮਿਲਿਆ ਹੈਗਾ। Ban on turbans in Norwegian passports and Norwegian ID cards is to me a case about standing together to be united for something that you believe in. It's been a case where the Sikh community in Norway has supported, like I think everyone. It has been a case for the different Sikh temples in Norway, where they have been sharing information, where they have been setting up working groups, where they have been deciding upon strategies, and where they have allocated budgets to pursue this case. It has also been the case of using internal resources, finding the best relevant people to join in. And the Sikh community in Norway being strong, having very many educated and skilled people to join in, while at the same time they have had the idea of supporting each other to fill in the gaps. So to me this is a story about how you are able to win a very challenging and difficult case only if you stand together as one unit. It has been challenging on the legal side to understand the different legal arguments, to understand the human rights context and how it's being set up. The different institutions that are relevant to meet with and talk together with, how to interact with different civil society organizations in Norway and abroad, and how to use the different experts and different academics and different stakeholders, and especially also to understand the political regime, how to reach out to the different political parties, to the government, to the opposition in the parliament, and also to make use of local politicians to make a pressure all in the same direction on lifting the ban. So when the government decided to lift the ban, they kind of took this into account and presented the information in the temple here in Oslo, coming from 3 different ministries, from 3 different political parties, and presented this to the Sikh community in Norway, stating that this is something you, with your energy and your stubbornness, have been able to achieve together. So to me it has been a lesson on that you need good arguments, you need the knowledge, you need the energy, and you need to stand together to be able to achieve the results you would like to achieve. 2014 ਵਿੱਚ ਇੱਕ ਨਾਰਵੇ ਵਿੱਚ ਰੈਗੂਲੇਸ਼ਨ ਇੱਕ ਪਾਸ ਹੋਇਆ ਜਿਹਦੇ ਵਿੱਚ ਉਹਨਾਂ ਨੇ ਡਿਮਾਂਡ ਕੀਤੀ ਕਿ ਜਿਨ੍ਹਾਂ ਨੇ ਪਾਸਪੋਰਟ ਬਣਾਉਣਾ ਹੈ ਉਹ ਆਪਣੇ ਕੰਨ ਦਿਖਾਈ ਦੇਣ, ਕੰਨ ਵਿਜ਼ੀਬਲ ਹੋਣ। ਉਹਨਾਂ ਨੇ ਕਿਹਾ ਕਿ ਬਾਇਓਮੈਟ੍ਰਿਕ ਰੈਕਗਨੀਸ਼ਨ ਵਾਸਤੇ ਕੰਨ ਬਹੁਤ ਜ਼ਰੂਰੀ ਹਨ। ਉਹਦਾ ਮਤਲਬ ਹੈਗਾ ਕਿ ਜਿਹੜਾ ਵੀ ਸਿੱਖ ਹੈਗਾ, ਜਿਹੜਾ ਤੁਹਾਨੂੰ ਪਤਾ ਦਸਤਾਰ ਅਸੀਂ ਮੋਸਟਲੀ ਕੰਨ ਅਸੀਂ ਢੱਕੇ ਹੁੰਦੇ ਨੇ, ਕਿ ਉਹਦਾ ਮਤਲਬ ਕਿ ਅਸੀਂ ਕੰਨ ਜੀ ਅਸੀਂ ਵਿਜ਼ੀਬਲ ਕਰਨੇ ਉਹਨਾਂ ਦਾ ਮਤਲਬ ਸਾਨੂੰ ਦਸਤਾਰ ਉਤਾਰਨੀ ਪਏਗੀ, ਕਿਉਂਕਿ ਦਸਤਾਰ ਇੱਕ ਟੋਪੀ ਨਹੀਂ ਹੈਗੀ ਕਿ ਅਸੀਂ ਉੱਤੇ ਥੱਲੇ ਕਰਕੇ ਉਹਨੂੰ ਇਸਤੇਮਾਲ ਕਰੀਏ। ਇਹ ਇੱਕ ਸਾਨੂੰ ਚੈਲੰਜ ਆਈ ਅਤੇ ਅਸੀਂ 6 ਸਾਲ ਇਹ ਕੇਸ ਨੂੰ ਲੜੇ।
ਪੂਰੀ ਜੋ ਸਿੱਖ ਸੁਸਾਇਟੀ ਹੈਗੀ ਹੈ ਨਾਰਵੇ ਦੀ, ਇਕੱਠੇ ਹੋ ਕੇ ਅਸੀਂ ਇਸ ਕੇਸ ਨੂੰ ਹੈਂਡਲ ਕੀਤਾ। ਤੇ ਅਸੀਂ ਹੈਂਡਲ ਕਿਸ ਤਰੀਕੇ ਨਾਲ ਕੀਤਾ, ਅਸੀਂ ਇਹਨੂੰ 360 ਡਿਗਰੀਜ਼ ਤੋਂ ਅਟੈਕ ਕੀਤਾ। ਤੇ ਅਟੈਕ ਕਿਸ ਤਰੀਕੇ ਨਾਲ ਕੀਤਾ, ਜਦੋਂ ਡੈਮੋਕ੍ਰੈਟਿਕ ਸਾਡੇ ਟੂਲਸ ਹਨ ਉਹਨਾਂ ਨੂੰ ਇਸਤੇਮਾਲ ਕੀਤਾ। ਜੋ ਪੋਲੀਟੀਸ਼ੀਅਨ ਹੈਗੇ ਨੇ ਠੀਕ ਪੋਲੀਟੀਸ਼ੀਅਨਾਂ ਕੋਲ ਗਏ, ਇੰਟਰਨੈਸ਼ਨਲ ਕਮਿਊਨਿਟੀ ਜਿਹੜੇ ਰੈਲੇਵੈਂਟ ਨੇ ਉਹਨਾਂ ਕੋਲ ਗਏ, ਜਿਹੜੇ ਐਕਸਪਰਟਸ ਹੈਗੇ ਨੇ ਜਿਹੜੇ ਵਾਕਈ ਸੱਚਾਈ ਨੂੰ ਸਾਹਮਣੇ ਕਰ ਸਕਦੇ ਉਹਨਾਂ ਨਾਲ ਗੱਲ ਕੀਤੀ, ਜੋ ਆਰਗੇਨਾਈਜੇਸ਼ਨ ਹੈਗੇ ਨੇ ਜਿਹੜੇ ਰੈਲੇਵੈਂਸ ਰੱਖਦੇ ਨੇ ਉਹਨਾਂ ਨਾਲ ਅਸੀਂ ਸੰਪਰਕ ਕੀਤਾ। ਜੋ ਹੀਅਰਿੰਗ ਪ੍ਰੋਸੈਸ ਇੱਕ ਡੈਮੋਕ੍ਰੈਟਿਕ ਸੁਸਾਇਟੀ 'ਚ ਕੀਤਾ ਜਾਂਦਾ ਹੈ, ਉਹ ਹੀਅਰਿੰਗਸ ਪ੍ਰੋਸੈਸ ਵਿੱਚ ਅਸੀਂ ਬਹੁਤ ਐਕਟਿਵਲੀ ਕੰਟਰੀਬਿਊਟ ਕੀਤਾ। ਬਾਕੀ ਆਰਗੇਨਾਈਜੇਸ਼ਨ ਨੂੰ ਵੀ ਕਿਹਾ ਕਿ ਤੁਸੀਂ ਕੰਟਰੀਬਿਊਟ ਕਰੋ। ਅਸੀਂ ਗੁਰੂਆਂ ਵੱਲੋਂ ਇੱਕ ਇੰਸਪੀਰੇਸ਼ਨ ਲਿੱਤੀ, ਉਹਨਾਂ ਨੇ ਵੀ ਸੱਚ ਵਾਸਤੇ ਲੜੇ, ਅਸੀਂ ਵੀ ਅੱਜ ਸੱਚ ਵਾਸਤੇ ਲੜੇ ਹਾਂ। ਤੇ ਅਸੀਂ ਲੜੇ ਹਾਂ ਥਰੂ ਡੈਮੋਕ੍ਰੈਟਿਕ ਟੂਲਸ। ਤੇ ਤਾਂ ਹੀ ਮੈਂ ਸਮਝਣਾ ਕਿ ਅਸੀਂ ਇੱਕ ਪਲੇਟਫਾਰਮ 'ਤੇ ਖੜੇ ਹੋ ਕੇ ਅਸੀਂ ਲੜੇ ਹਾਂ, ਤਾਂ ਹੀ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਹੈ। ਮੈਨੂੰ ਬਹੁਤ ਮਾਣ ਦੀ ਗੱਲ ਹੈਗੀ ਹੈ ਕਿ ਜਦੋਂ ਅਸੀਂ ਇਹ ਲੜਾਈ ਲੜਿਆ ਕਿ ਅਸੀਂ ਭਾਵੇਂ ਇਹਦੇ ਵਿੱਚ ਕੰਟਰੀਬਿਊਸ਼ਨ +40 ਸਿੱਖਾਂ ਤੋਂ +40 ਐਕਸਟਰਨਲ ਬੰਦਿਆਂ ਕੋਲੋਂ 100 ਆਰਗੇਨਾਈਜੇਸ਼ਨਾਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ, ਲੇਕਿਨ ਸਾਡੀ ਆਵਾਜ਼ ਸਾਡੀ ਬਾਹਰ ਜਿਹੜੀ ਆਵਾਜ਼ ਗਈ ਹੈ ਹਮੇਸ਼ਾ ਇੱਕ ਰਹੀ ਹੈ। ਤੇ ਇਹ ਇੰਸਪੀਰੇਸ਼ਨ ਅਸੀਂ ਗੁਰੂ ਨਾਨਕ ਦੇਵ ਜੀ ਕੋਲੋਂ ਲਈ। ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਇੱਕ, ਉਹਦਾ ਮਤਲਬ ਹੈਗਾ ਕਿ ਦੋ ਨਹੀਂ ਹੋਣਾ ਚਾਹੀਦਾ। ਉਹਦੇ ਵਿੱਚ ਮੈਂ ਨਹੀਂ ਆਉਂਦਾ, ਜਦੋਂ ਮੈਂ ਆ ਗਈ ਉਦੋਂ ਅਸੀਂ ਹਾਰ ਜਾਣਾ। ਅਸੀਂ ਐਜ਼ ਅ ਯੂਨਾਈਟਿਡ ਕਮਿਊਨਿਟੀ ਲੜਿਆ, ਤਾਂ ਹੀ ਸਾਨੂੰ ਮਦਦ ਮਿਲੀ, ਤਾਂ ਹੀ ਅਸੀਂ ਸਟਰੋਂਗ ਵੋਇਸ ਹੋ ਕੇ ਅਸੀਂ ਜਿੱਤ ਪ੍ਰਾਪਤ ਕੀਤੀ। ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਜਿਹੜੀ ਇਹ ਜਿੱਤ ਹਾਸਿਲ ਕੀਤੀ ਗਈ ਹੈ, ਇਹ ਸਾਰਿਆਂ ਨੇ ਰਲ ਕੇ ਕੀਤੀ ਗਈ ਹੈ। ਇਹ ਇਕੱਲੇ ਇੱਕ ਜਾਣੇ ਨੇ ਕੁਛ ਕੀਤਾ ਨਹੀਂ, ਇਹ ਸਾਰਿਆਂ ਨੇ ਰਲ ਕੇ ਕੀਤਾ। ਇੱਥੇ ਦੀ ਅੰਬੈਸੀ ਨੇ ਵੀ ਬਹੁਤ ਮਦਦ ਕੀਤੀ, ਉਹਨਾਂ ਨੇ ਬਹੁਤ ਲੈਟਰਸ ਲਿਖੇ ਗਏ ਨੇ, ਉਹਨਾਂ ਨੇ ਮੀਟਿੰਗ ਕੀਤੀ ਹੈ ਫੋਰਨ ਸਟੇਟ ਸੈਕਟਰੀ ਨਾਲ। ਤੇ ਇੱਥੇ ਦੀ ਆਰਗੇਨਾਈਜੇਸ਼ਨ ਐਸਥੈਲ ਹੈ ਜਿਹੜੀ ਜੁਆਇੰਟ ਆਰਗੇਨਾਈਜੇਸ਼ਨ ਹੈਗੀ ਹੈ ਅਲੱਗ-ਅਲੱਗ ਧਰਮਾਂ ਦੀ, ਉਹਨਾਂ ਨੇ ਵੀ ਸਾਡੇ ਨਾਲ ਇਸ ਮੁੱਦੇ ਨੂੰ ਸੋਲਵ ਕਰਨ ਵਾਸਤੇ ਉਹਨਾਂ ਨੇ ਆਪਣਾ ਹੱਥ ਪਾਇਆ, ਯੋਗਦਾਨ ਕੀਤਾ ਹੈ। ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇੰਡੀਆ ਜਿਹੜੇ ਸਾਡੇ ਮਿਨਿਸਟਰ ਹੈਗੇ ਆ ਪੰਜਾਬ ਵਿੱਚ, ਜਿਹੜੇ ਸਾਡੇ ਰਾਜਨੀਤਿਕ ਨਾਤੇ ਹੈਗੇ ਆ, ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਅਸੀਂ ਤਾਂ ਇੱਥੇ ਰਹਿੰਦੇ ਹਾਂ, ਪਰ ਉਹਨਾਂ ਨੇ ਸੋਚਿਆ ਕਿ ਜਿਹੜੇ ਸਾਡੇ ਸਿੱਖ ਹੈਗੇ ਆ, ਸਾਡੇ ਇੰਡੀਅਨਸ ਹੈਗੇ ਆ, ਉਹ ਬਾਹਰਲੇ ਮੁਲਕ 'ਚ ਰਹਿ ਰਹੇ ਆ, ਕਿ ਅਸੀਂ ਉਹਨਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ। ਅਤੇ ਉਹਨਾਂ ਨੇ ਆਪਣੇ ਪੋਜੀਸ਼ਨ ਦੇ ਥਰੂ ਉਹਨਾਂ ਨੇ ਵੀ ਮਦਦ ਕੀਤੀ ਹੈ, ਮੀਟਿੰਗਾਂ ਕੀਤੀਆਂ। ਅਤੇ ਇਹ ਸਾਰਿਆਂ ਨੇ ਇਕੱਠਾ ਪ੍ਰੈਸ਼ਰ ਪਾ ਕੇ ਤਾਂਹੀਓ ਇਹ ਗੱਲ ਜਿਹੜੀ ਹੈ ਸੋਲਵ ਕੀਤੀ ਗਈ ਹੈ। ਇਹ ਸਾਰਿਆਂ ਨੇ ਰਲ ਕੇ, ਇੱਥੇ ਦੀਆਂ ਕਈ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਨਾਰਵੇਜਨ ਹਿਊਮਨ ਰਾਈਟਸ ਦੀਆਂ ਹੈਗੀਆਂ, ਅਲੱਗ-ਅਲੱਗ ਧਰਮਾਂ ਦੀਆਂ ਹੈਗੀਆਂ, ਉਹਨਾਂ ਨੇ ਵੀ ਰਲ ਕੇ ਇਹ ਕੇਸ ਲੜਿਆ। ਅਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਰਿਆਂ ਨੇ ਰਲ ਕੇ ਇਕੱਠੇ ਤੁਰ ਕੇ ਇਹ ਜਿੱਤ ਪ੍ਰਾਪਤ ਕੀਤੀ ਗਈ ਹੈ। ਇਹ ਇਕੱਲੇ ਕਿਸੇ ਨੇ ਇਕੱਲੇ ਨਹੀਂ ਕੀਤਾ, ਬਹੁਤ ਇੰਟਰਨੈਸ਼ਨਲ ਲੈਵਲ 'ਤੇ ਇੱਥੇ ਅਲੱਗ-ਅਲੱਗ ਆਰਗੇਨਾਈਜੇਸ਼ਨ ਨੇ ਰਲ ਕੇ ਸਾਰਿਆਂ ਨੇ ਪੂਰਾ ਯੋਗਦਾਨ ਪਾਇਆ, ਤਾਂ ਇਹ ਅੱਜ ਜਿੱਤ ਪ੍ਰਾਪਤ ਹੋਈ ਹੈ। ਜਦੋਂ ਅਸੀਂ ਪੁਲਿਸ ਦਫ਼ਤਰ ਦੇ ਅਸੀਂ ਜਾਂਦੇ ਸੀਗੇ ਦਸਤਾਰ ਬੰਨ੍ਹ ਕੇ, ਤਾਂ ਸਾਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਦਸਤਾਰ ਇਹਨੂੰ ਤੁਸੀਂ ਲਾਓ, ਤੁਸੀਂ ਆਪਣੇ ਜਿਹੜੇ ਕੰਨ ਹੈਗੇ ਆ ਉਹਨੂੰ ਤੁਸੀਂ ਦਿਖਾਓ। ਅਤੇ ਸਿੱਖ ਜਿਹੜੇ ਹੈਗੇ ਆ, ਅਸੀਂ ਸਦੀਆਂ ਤੋਂ ਮਤਲਬ ਕਿ ਦਸਤਾਰ ਬੰਨ੍ਹਦੇ ਰਹੇ ਕਿ ਸਾਡੇ ਕੰਨ ਹਮੇਸ਼ਾ ਸਾਡੇ ਢੱਕੇ ਹੁੰਦੇ ਆ। ਅਤੇ ਸਾਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਸੀਗਾ ਜਦੋਂ ਸਾਨੂੰ ਜਦੋਂ ਗੋਰੇ ਦੱਸਦੇ ਸੀ ਕਿ ਤੁਸੀਂ ਪੱਗ ਨੂੰ ਤੁਸੀਂ ਚੱਕ ਕੇ ਇੱਦਾਂ ਟੋਪੀ ਵਾਂਗੂ ਤੁਸੀਂ ਚੱਕ ਕੇ ਤੁਸੀਂ ਆਪਣੀ ਫੋਟੋ ਖਿਚਾਓ। ਅਤੇ ਸਾਨੂੰ ਜਿਹੜੇ ਅਸੀਂ ਦਸਤਾਰ ਜਿਹੜੇ ਬੰਨ੍ਹਦੇ ਹੈਗੇ ਸਿੱਖ, ਜਦੋਂ ਸਾਨੂੰ ਕੋਈ ਕਹਿੰਦਾ ਹੈਗਾ ਦਸਤਾਰ ਲਾਉਣ ਨੂੰ, ਸਾਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਵਾ। ਅਸੀਂ ਜਦੋਂ ਆਪਣੇ ਆਪ ਨੂੰ ਜਦੋਂ ਨੰਗਾ ਮਹਿਸੂਸ ਕਰਦੇ ਹਾਂ, ਜੇ ਸਾਡੇ ਸਿਰ 'ਤੇ ਦਸਤਾਰ ਨਹੀਂ ਹੁੰਦੀ, ਅਸੀਂ ਬਹੁਤ ਹੋਰ ਤਰ੍ਹਾਂ ਮਹਿਸੂਸ ਕਰਦੇ ਹਾਂ। ਇਹ ਸਾਡੀ ਪਛਾਣ ਹੈਗੀ ਆ ਸਿੱਖ, ਮਤਲਬ ਕਿ ਸਦੀਆਂ ਤੋਂ ਅਸੀਂ ਦਸਤਾਰ ਨੂੰ ਬਚਾਉਣ ਲਈ ਅਸੀਂ ਸਦੀਆਂ ਤੋਂ ਅਸੀਂ ਲੜਦੇ ਰਹੇ ਹਾਂ। ਅਸੀਂ ਆਪ ਦੇ ਹੱਕਾਂ 'ਤੇ ਅਸੀਂ ਦੂਸਰੇ ਹੱਕਾਂ ਨਾਲ ਮਤਲਬ ਕਿ ਲਈ ਅਸੀਂ ਲੜਦੇ ਰਹੇ ਹਾਂ। ਅਤੇ ਸਾਨੂੰ ਮਤਲਬ ਕਿ ਬਹੁਤ ਔਖਾ ਅਸੀਂ ਮਹਿਸੂਸ ਕਰਦੇ ਸੀ। ਸਾਨੂੰ ਟੋਟਲੀ ਇੰਪੋਸੀਬਲ ਸੀਗਾ ਕਿ ਤੁਸੀਂ ਸਾਨੂੰ ਕਹੋ ਕਿ ਤੁਸੀਂ ਦਸਤਾਰ ਨੂੰ ਇੱਦਾਂ ਚੱਕੋ। ਕੇਸ ਮਤਲਬ ਬਹੁਤ ਹੀ ਮੁਸ਼ਕਿਲ ਸੀਗਾ। ਅਸੀਂ ਪਿਛਲੇ 6 ਸਾਲ ਤੋਂ ਅਸੀਂ ਲੜਦੇ ਰਹੇ ਹਾਂ। ਸਾਡੇ ਲਈ ਸੌਖਾ ਨਹੀਂ ਸੀਗਾ ਕਿ ਅਸੀਂ ਜਿਹੜੀ ਇੱਥੇ ਦੀ ਨਾਰਵੇ ਦੀ ਜਿਹੜੀ ਗਵਰਨਮੈਂਟ ਹੈਗੀ ਆ,
ਅਸੀਂ ਉਹਨਾਂ ਦੇ ਖਿਲਾਫ ਅਸੀਂ ਕੋਈ ਕੇਸ ਅਸੀਂ ਕਰੀਏ। ਪਰ ਐਟ ਦ ਸੇਮ ਟਾਈਮ ਮਤਲਬ ਕਿ ਸਾਡੀ ਇੱਕ ਮਜਬੂਰੀ ਸੀਗੀ, ਕਿਉਂਕਿ ਦਸਤਾਰ ਮਤਲਬ ਕਿ ਸਿੱਖਾਂ ਦਾ ਮਤਲਬ ਕਿ ਸਭ ਤੋਂ ਮਤਲਬ ਕਿ ਅਹਿਮ ਹਿੱਸਾ ਹੈਗਾ ਸਾਡੇ ਧਰਮ ਦਾ, ਸਾਡੀ ਅਹਿਮ ਨਿਸ਼ਾਨੀ ਹੈਗੀ ਆ। ਅਸੀਂ ਜਿੰਨੇ ਵੀ ਸਾਡੇ ਇੱਥੇ ਡੈਮੋਕ੍ਰੈਟਿਕ ਰਾਈਟਸ ਹੈਗੇ ਆ ਉਹ ਅਸੀਂ ਸਾਰੇ ਅਸੀਂ ਵਰਤੇ ਆ। ਅਸੀਂ ਪੋਲੀਟੀਸ਼ੀਅਨ ਅਸੀਂ ਗੱਲ ਕੀਤੀਆਂ, ਅਸੀਂ ਜਿਹੜੀ ਇੰਡੀਅਨ ਐਮਬੈਸੀ ਹੈਗੀ ਆ, ਜਿਹੜੇ ਇੰਡੀਅਨ ਪੋਲੀਟੀਸ਼ੀਅਨ ਜਦੋਂ ਜਿਹੜੇ ਇੱਥੇ ਦੇ ਪ੍ਰਧਾਨ ਮੰਤਰੀ ਹੈਗੇ ਆ ਐਨਾ ਸੋਲਬਰਗ, ਜਦੋਂ ਉਹ ਇੰਡੀਆ ਗਏ ਅਸੀਂ ਉਹਨਾਂ ਨਾਲ ਮਤਲਬ ਕਿ ਕੰਟੈਕਟ ਕੀਤਾ ਅਤੇ ਸਾਨੂੰ ਉੱਥੇ ਬਹੁਤ ਹੈਲਪ ਮਿਲੀ। ਅਤੇ ਹੋਰ ਜਿੰਨੇ ਵੀ ਇੱਥੇ ਵੀਰ ਭੈਣ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਸਾਰੀ ਮਤਲਬ ਕਿ ਮਦਦ ਕੀਤੀ। ਪਰ ਸੌਖਾ ਨਹੀਂ ਸੀਗਾ, ਕਿਉਂਕਿ ਹੁਣ ਕਈ ਮਤਲਬ ਕਿ ਜਿਹੜੇ ਸਿੱਖ ਵੀਰ ਭੈਣ ਹੈਗੇ ਆ ਉਹ ਇੰਡੀਆ 'ਚ ਸਾਲ 'ਚ 1 2 3 4 ਵਾਰ ਜਾਂਦੇ ਆ। ਉਹਨਾਂ ਲਈ ਬਹੁਤ ਮੁਸ਼ਕਿਲ ਸੀਗਾ ਕਿ ਵੇਟ ਕਰਨੀ, ਕਿਉਂਕਿ ਸਿੱਖਾਂ ਦਾ ਮਤਲਬ ਕਿ ਹਮੇਸ਼ਾ ਪੰਜਾਬ ਅਤੇ ਇੰਡੀਆ ਨਾਲ ਹਮੇਸ਼ਾ ਮਤਲਬ ਕਿ ਇੱਕ ਜੋੜ ਰਿਹਾ ਵਾ, ਹਮੇਸ਼ਾ ਰਹੂਗਾ। ਅਤੇ ਇਸ ਕਰਕੇ ਮਤਲਬ ਕਿ ਬਹੁਤ ਮੁਸ਼ਕਿਲ ਅਸੀਂ ਕਾਫੀ ਮੁਸ਼ਕਿਲਾਂ ਅਸੀਂ ਮਤਲਬ ਕਿ ਇਸ ਕੇਸ ਵਿੱਚ ਅਸੀਂ ਸਾਹਮਣਾ ਕੀਤੀਆਂ।